ਅਸੀਂ ਮਿਹਨਤ ਕਰਨਾ ਚਾਹੁੰਦੇ ਸੀ, ਆਪਣਾ ਘਰ-ਬਾਰ ਬਣਾਉਣਾ ਚਾਹੁੰਦੇ ਸੀਗੇ। ਉਹ ਸਾਨੂੰ ਰੋਕਦਾ ਸੀ, ਘਰ ਦੀਆਂ ਚੀਜ਼ਾਂ ਵੇਚ ਦਿੰਦਾ ਸੀਗਾ। ਸਾਡੀ ਵਾਲਦਾ ਨੂੰ ਕੁੱਟ ਕੇ ਕੱਢ ਦਿੱਤਾ 15 साल पहले। हमारे साथ मंशियात बेचो, वो नशा करता था ज़रूर, आइस का और इंजेक्शन का, लेकिन इनको साथ मिलाने का उसका ਪਰ ਇਸੇ ਵਜ੍ਹਾ ਤੋਂ ਲੜਾਈ ਹੁੰਦੀ ਸੀ कि ਉਹ ਕਹਿੰਦੇ ਸਨ कि ਸਾਨੂੰ ਗਲਤ ਕੰਮ ਕਰੋ, ਅਸੀਂ ਕਰਦੇ ਨਹੀਂ ਸੀਗੇ। जब मांगा इसने कुछ दिया, उसने कहा एक तो लेट दे रहे हो, ऊपर से कम दे रहे हो, मुझे और दो। लोगों के सामने उसने मारना शुरू कर दिया। ਗੁੱਸਾ ਚੜ ਗਿਆ। ਫਿਰ ਇਸ ਤਰ੍ਹਾਂ ਹੀ ਗਲੀ ਦੇ ਵਿੱਚ ਮੈਂ ਸ਼ਾਸ਼ੂ ਲੱਭਣੀ ਸ਼ੁਰੂ ਕਰ ਦਿੱਤੀ। ਉਸ ਤਰ੍ਹਾਂ ਮੈਨੂੰ ਡੰਡਾ ਲੱਭਿਆ ਤੇ ਉਹ ਡੰਡਾ ਫਿਰ मैं गुस्से ਦੇ ਵਿੱਚ ਆਣ ਕੇ मार ਦਿੱਤਾ। अंधेरा हैगा ਸੀ, ਮੈਨੂੰ नहीं पता लगे कितने नहीं कितने। अस्सलाम वालेकुम नाज़रीन, मैं हूं एडी मलिक और मेरे साथ एक मुलज़म मौजूद है जिसने अपने बाप को सर पर डंडा मारकर कत्ल कर दिया। क्यों इसने कत्ल किया, इसी की ज़ुबानी जानते हैं। क्या नाम है आपका? मोहम्मद तारक सर। तारक, आपने अपने अबू को कत्ल किया, क्यों किया? ਸਰ ਕਤਲ ਕਰਨ ਦਾ ਇਰਾਦਾ ਨਹੀਂ ਸੀ, ਲੇਕਿਨ ਅਣਜਾਣੇ ਹੋ ਗਿਆ। ਗੁੱਸਾ ਸੀਗਾ, ਗੁੱਸਾ ਚੜਿਆ ਸੀ, ਉਹਨਾਂ ਨੂੰ ਗੁੱਸਾ ਚੜਿਆ ਸੀਗਾ। ਆਏ ਦਿਨ ਲੜਾਈ ਹੁੰਦੀ ਸੀ ਘਰ, ਤੇ ਇਸ ਕਰਕੇ ਉਹ किस वजह तो लड़ाई होती सी? ਸਰ ਇਸੇ ਵਜ੍ਹਾ ਤੋਂ ਲੜਾਈ ਹੁੰਦੀ ਸੀ कि ਉਹ ਕਹਿੰਦੇ ਸਨ ਕਿ ਸਾਨੂੰ ਗਲਤ ਕੰਮ ਕਰੋ, ਅਸੀਂ ਕਰਦੇ ਨਹੀਂ ਸੀਗੇ। किस किस्म का गलत काम कर? ਗਲਤ ਕੰਮ ਇਸ ਤਰ੍ਹਾਂ ਦਾ ਕਿ ਤੁਸੀਂ ਨਸ਼ਾ ਵੇਚੋ, ਮੇਰੇ ਕਹਿਣੇ ਤੇ ਚੱਲੋ। ਅਸੀਂ ਦੋ ਭਰਾ ਵਾਂ, ਅਸੀਂ ਉਹ ਕੰਮ ਨਹੀਂ ਸੀ ਕਰਦੇ। ਅਸੀਂ ਮਿਹਨਤ ਕਰਨਾ ਚਾਹੁੰਦੇ ਸੀ, ਆਪਣਾ ਘਰ-ਬਾਰ ਬਣਾਉਣਾ ਚਾਹੁੰਦੇ ਸੀਗੇ। ਉਹ ਸਾਨੂੰ ਰੋਕਦਾ ਸੀ, ਘਰ ਦੀਆਂ ਚੀਜ਼ਾਂ ਵੇਚ ਦਿੰਦਾ ਸੀਗਾ। ਸਾਡੀ ਵਾਲਦਾ ਨੂੰ ਕੁੱਟ ਕੇ ਕੱਢ ਦਿੱਤਾ 15 साल पहले। अबू काम की करते सी? ਵਾਲ ਸਾਹਿਬ ਕੰਮ ਘੱਟ ਵੱਧ ਹੀ ਕਰਦੇ ਸਨ, ਆਪਣੇ ਜੋਗਾ ਕਰਦੇ ਸਨ, ਦਿਹਾੜੀ ਲਾ ਲੈਂਦੇ ਸਨ, ਘੱਟ ਵੱਧ ਹੀ ਕਰਦੇ ਸਨ। ਜ਼ਿਆਦਾਤਰ ਵਿਹਲੇ ਹੀ ਰਹਿੰਦੇ ਸਨ, ਨਸ਼ਾ ਵੇਚਦੇ ਸਨ। अच्छा, वो खुद भी मनशियात फरोख्त होई ਜੀ ਸਰ। ਤੇ ਉਹਨੂੰ ਤੁਸੀਂ ਸਮਝਾਉਣਾ ਸੀ ਨਾ, ਵਾਲਦ ਸੀ, ਤੁਸੀਂ ਉਹਨੂੰ ਕਤਲ ਕੀਤਾ ਹੈ। ਸਰ ਸਮਝਾਇਆ, ਕਾਫੀ ਦਫਾ ਸਮਝਾਇਆ, ਤਾਏ ਚਾਚੇ ਨੇ ਸਮਝਾਇਆ, ਮਹੱਲੇਦਾਰਾਂ ਨੇ ਸਮਝਾਇਆ, ਨਹੀਂ ਸੀ ਬਾਜ਼ ਆਉਂਦਾ। ਮਾਰਦਾ ਵੀ ਸੀ, ਕੋਈ ਘਰ ਦੇ ਵਿੱਚ ਲੜਾਈ ਝਗੜਾ ਵੀ? ਜੀ ਸਰ ਮਾਰਦਾ ਸੀ, ਖੰਜਰ ਕੋਲ ਰੱਖਦਾ ਸੀ, ਜਿਸ ਨਾਲ ਛੁਰੀ ਨਹੀਂ ਹੁੰਦੀ ਕੁਰਬਾਨੀ ਕਰਨ ਵਾਲੀ ਵੱਡੀ, ਉਹ ਲੱਤ ਦੇ ਨਾਲ ਲਾ ਕੇ ਰੱਖਦਾ। ਇੰਤਸ਼ਾਰ ਹੀ ਹੈਗਾ ਸੀ। ਕਵਾੜੀ ਕੋਲ ਰੱਖਦਾ ਸੀਗਾ। ਗਲੀ ਮਹੱਲੇ 'ਚ ਜਾ ਕੇ ਤੁਸੀਂ ਪੁੱਛ ਸਕਦੇ ਜੀ। ਉਸ ਦਿਨ ਕੀ ਹੋਇਆ ਸੀ ਜਿਸ ਦਿਨ ਉਹਨੂੰ ਕਤਲ ਕੀਤਾ? ਸਰ ਇਸ ਤਰ੍ਹਾਂ ਹੋਇਆ ਹੈ ਕਿ ਮੈਂ ਨਾ ਚਿੰਚੀ ਰਸ਼ਕਾ ਚਲਾ ਰਿਹਾ ਸੀਗਾ, ਤੇ ਮੈਂ ਚਿੰਚੀ ਰਸ਼ਕਾ ਚਲਾਉਂਦਾ ਵਾਂ। ਮੈਂ ਨਾ ਸਵਾਰੀਆਂ ਲੈ ਕੇ ਆਇਆ ਵਾਂ ਆਪਣੇ ਘਰ ਦੇ ਕੋਲ ਮਹੱਲੇ ਦੇ ਵਿੱਚ, ਤੇ ਮਹੱਲੇ ਦੇ ਵਿੱਚ ਖਲੋਤਾ ਹੋਇਆ ਸੀਗਾ। ਮੈਨੂੰ ਕਹਿੰਦਾ ਕਿ ਖਰਚਾ ਦੇ। ਮੈਂ ਉਹਨੂੰ ਨਾ 200 250 ਰੁਪਇਆ 300 ਰੁਪਇਆ ਨਾ ਜੋ ਪੁੱਛਦਾ ਮੈਨੂੰ ਖਰਚਾ ਦਿੰਦਾ ਵਾਂ। ਤੇ ਮੈਂ ਉਹਨੂੰ 200 ਰੁਪਇਆ ਖਰਚਾ ਦਿੱਤਾ ਹੈ, ਤੇ ਮੈਨੂੰ ਕਹਿੰਦਾ ਹੈ ਕਿ ਹੋਰ ਦੇ। ਮੈਂ ਕਿਹਾ ਮੇਰੇ ਕੋਲ ਹੋਰ ਨਹੀਂ ਹੈਗੇ ਫਿਲਹਾਲ, ਮੇਰੇ ਕੋਲ ਪੈਟਰੋਲ ਜੋਗੇ ਪੈਸੇ ਨੇ, ਮੈਂ ਪੈਟਰੋਲ ਵੀ ਪਵਾਉਣਾ ਰਸ਼ਕੇ 'ਚ। ਕਹਿੰਦਾ ਕਿ ਨਹੀਂ ਹੋਰ ਦੇ। ਜਿੱਦ ਕਰ ਲਈ, ਤਰੋੜਕ ਦੇ ਵਿੱਚ ਹੈਗਾ ਸੀ, ਨਸ਼ਾ ਕਰਨਾ ਸੀ ਉਹਨੇ। ਤੇ ਮੈਂ ਕਿਹਾ ਨਹੀਂ ਹੋਰ ਨਹੀਂ ਹੈਗੇ। ਉਹਨੇ ਮੇਰਾ ਗਿਰੇਬਾਨ ਫੜ ਲਿਆ, ਕੁੱਟਣਾ ਸ਼ੁਰੂ ਕਰ ਦਿੱਤਾ। ਅਕਸਰ ਇਸ ਤਰ੍ਹਾਂ ਕੁੱਟਦਾ ਹੁੰਦਾ ਸੀਗਾ, ਤੇ ਟੱਕਰਾਂ ਮਾਰੀਆਂ ਮੂੰਹ ਤੇ, ਇਸ ਤਰ੍ਹਾਂ ਟੱਕਰਾਂ, ਲੱਤਾਂ ਲੁੱਤਾਂ ਮਾਰੀਆਂ। ਮੈਨੂੰ ਗੁੱਸਾ ਚੜਿਆ, ਮਹੱਲੇ ਦੇ ਵਿੱਚ ਚੌਂਕ ਦੇ ਵਿੱਚ ਇਸ ਤਰ੍ਹਾਂ ਕੀਤਾ, ਤੇ ਮੈਨੂੰ ਗੁੱਸਾ ਚੜ ਗਿਆ। ਫਿਰ ਇਸ ਤਰ੍ਹਾਂ ਹੀ ਗਲੀ ਦੇ ਵਿੱਚ ਮੈਂ ਸ਼ਾਸ਼ੂ ਲੱਭਣੀ ਸ਼ੁਰੂ ਕਰ ਦਿੱਤੀ। ਉਸ ਤਰ੍ਹਾਂ ਮੈਨੂੰ ਡੰਡਾ ਲੱਭਿਆ, ਤੇ ਉਹ ਡੰਡਾ ਫਿਰ ਮੈਂ ਗੁੱਸੇ ਦੇ ਵਿੱਚ ਆਣ ਕੇ ਮਾਰ ਦਿੱਤਾ। ਅੰਧੇਰਾ ਹੈਗਾ ਸੀ, ਮੈਨੂੰ ਨਹੀਂ ਪਤਾ ਲੱਗਿਆ ਕਿੱਥੇ ਨਹੀਂ ਕਿੱਥੇ ਵੱਜਿਆ ਕਿੱਥੇ। ਸਿਰ ਦੇ ਵਿੱਚ ਵੱਜਾ ਸੀ ਡੰਡਾ? ਜੀ ਸਰ ਸਿਰ ਦੇ ਵਿੱਚ ਹੀ ਵੱਜਿਆ। ਤਾਰਕ, ਤੂੰ ਐਡੀ ਰਵਾਨੀ ਦੇ ਨਾਲ ਦੱਸਣਾ ਪਿਆ ਜੋ ਕੁਛ ਇਹ ਕੀਤਾ ਹੈ, ਪਛਤਾਵਾ ਨਹੀਂ ਹੋ ਰਿਹਾ ਕਿ ਉਸ ਬੰਦੇ ਨੂੰ ਕਤਲ ਕੀਤਾ ਜਿਹਦੀ ਵਜ੍ਹਾ ਤੋਂ ਤੂੰ ਦੁਨੀਆ ਤੇ ਆਇਆ ਸੀ? ਜੀ ਸਰ ਪਛਤਾਵਾ ਹੋ ਰਿਹਾ, ਮੇਰੇ ਕੋਲ ਗਲਤੀ ਹੋਈ, ਅੱਲਾਹ ਪਾਕ ਮੈਨੂੰ ਮਾਫ ਕਰ ਦੇਵੇ। ਨਹੀਂ ਤੇ ਉਹ ਅੱਬੂ ਨੂੰ ਤੁਸੀਂ ਕਦੀ ਸਮਝਾਇਆ ਨਹੀਂ ਸੀ ਕਿ ਅੱਬੂ ਜੀ ਛੱਡ ਦਿਓ ਇਹ ਕੰਮ ਕਿਹੜਾ ਤੁਸੀਂ ਕਰਦੇ ਪਏ? ਸਮਝਾਉਂਦੇ ਸੀਗੇ, ਲੇਕਿਨ ਉਹ ਸਾਡੀ ਗੱਲ ਨਹੀਂ ਸੀ ਸੁਣਦਾ, ਨਾ ਸਮਝਦਾ ਸੀਗਾ। ਵਾਲਦਾ ਵੀ ਮੇਰੀ ਸਮਝਾਉਂਦੀ ਸੀ ਕਿ ਬੱਚੇ ਨੇ ਤੇਰੇ, ਤੂੰ ਉਹਨਾਂ ਦੀ ਗੱਲ ਮੰਨਿਆ ਕਰ। ਸਹੀ। ਸ਼ਾਦੀशुदा ਤੁਸੀਂ? ਨਹੀਂ ਸਰ ਮੈਂ ਸ਼ਾਦੀशुदा ਨਹੀਂ, ਮੇਰੇ ਵਾਲ ਸਾਹਿਬ ਨੇ ਸ਼ਾਦੀ ਮੇਰੀ ਨਹੀਂ ਕੀਤੀ। ਤੇ ਜਿਹੜਾ ਦੂਸਰਾ ਭਾਈ ਹੈ ਉਹ ਕੀ ਕੰਮ ਕਰਦਾ? ਸਰ ਉਹ ਪਹਿਲੇ ਪੜ੍ਹਦਾ ਸੀਗਾ, ਫਿਰ ਘਰ ਦੇ ਕੁਛ ਹਾਲਾਤ ਇਸ ਤਰ੍ਹਾਂ ਸਨ, ਮੈਂ ਉਹਨੂੰ ਪੜ੍ਹਾ ਰਿਹਾ ਸੀਗਾ, ਤੇ ਫਿਰ ਉਹਨੂੰ ਕੰਮ ਤੇ ਲਾ ਦਿੱਤਾ। ਉਹ ਕੰਮ ਸਿੱਖਦਾ ਵੀ ਏ, ਤੇ ਆਪਣੀ ਸੈਲਰੀ ਵੀ ਲੈਂਦਾ, ਆਪਣਾ ਖਰਚਾ ਪਾਣੀ ਚਲਾਉਂਦਾ। ਅੱਛਾ ਤਾਰਕ, ਆਪਣੇ ਅੱਬੂ ਨੂੰ ਤੂੰ ਸਿਰ ਤੇ ਡੰਡਾ ਮਾਰ ਕੇ ਉਸ ਤੋਂ ਬਾਅਦ ਕਿੱਥੇ ਚਲਾ ਗਿਆ ਸੀ? ਫਿਰ ਮੈਂ ਸਰ ਠੋਕਰ ਤੇ ਚਲਾ ਗਿਆ, ਜਿੱਥੇ ਠੋਕਰ ਤੇ ਮੈਟਰੋ ਟ੍ਰੇਨ ਦਾ ਸਟੇਸ਼ਨ ਹੈ ਨਾ, ਉੱਥੇ ਜਾ ਕੇ ਮੈਂ ਨਾ ਬਹਿ ਗਿਆ ਸੀਗਾ। ਫਿਰ ਉੱਥੇ ਮੈਂ ਬੈਠਾ ਰਿਹਾ 1-2 ਦਿਨ। ਤੈਨੂੰ ਪਤਾ ਸੀ ਕਿ ਅੱਬੂ ਇਸ ਦੁਨੀਆ ਤੇ ਨਹੀਂ ਰਹੇ, ਵੀ ਉਹ ਕਤਲ ਹੋ ਗਏ ਨੇ, ਮਰ ਗਏ ਨੇ? ਨਹੀਂ ਸਰ ਮੈਨੂੰ ਨਹੀਂ ਸੀ ਪਤਾ, ਮੈਂ ਕਿਹਾ ਜ਼ਖਮ ਹੀ ਲੱਗੇ ਹੋਣੇ ਨੇ। ਤੇ ਉਸ ਤੋਂ ਬਾਅਦ ਫਿਰ ਮੈਨੂੰ ਪੁਲਿਸ ਨੇ ਪਕੜ ਲਿਆ। ਕਿੱਥੋਂ ਫੜਿਆ ਸੀ, ਕਿਸ ਤਰ੍ਹਾਂ ਫੜਿਆ? ਠੋਕਰ ਤੋਂ ਸਰ ਮੈਂ ਨਾਸ਼ਤਾ ਕਰਦਾ ਪਿਆ ਸੀਗਾ, ਤੇ ਪੁਲਿਸ ਆਈ ਏ। ਆ ਭਾਈ ਨੇ ਮੈਨੂੰ ਪੁੱਛਿਆ ਤੇਰਾ ਨਾਂ ਕੀ, ਮੈਂ ਕਿਹਾ ਤਾਰਕ। ਤੇ ਇਹਨਾਂ ਨੇ ਕਿਹਾ ਜੀ ਤੇਰੇ ਤੇ ਦਰਖਾਸਤ ਹੈਗੀ, ਪਰਚਾ ਹੈਗਾ, ਤੂੰ ਆਪਣੇ ਵਾਲਦ ਨੂੰ ਮਾਰਿਆ। ਇਹਨਾਂ ਨੇ ਮੈਨੂੰ ਫੜ ਲਿਆ ਤੇ ਲਿਆ ਕੇ ਬੰਦ ਕਰ ਦਿੱਤਾ ਸਰ। ਹੁਣ ਕੋਈ ਜੋ ਇਹ ਤੇਰੇ ਕੋਲ ਅਮਲ ਹੋ ਗਿਆ ਹੈ, ਇਹਦੇ ਤੇ ਕੋਈ ਸ਼ਰਮਿੰਦਗੀ, ਕੋਈ ਪਛਤਾਵਾ ਹੋ ਰਿਹਾ? ਜੀ ਸਰ ਪਛਤਾਵਾ ਹੋ ਰਿਹਾ, ਮੈਂ ਬਹੁਤ ਗਲਤ ਕੀਤਾ। ਠੀਕ ਹੈ, ਮੈਂ ਮਾफ़ी ਮੰਗਣਾ ਵਾ ਕਾਨੂੰਨ ਕੋ ਵੀ ਔਰ ਅੱਲਾਹ ਪਾਕ ਕੋ ਵੀ। ਤੁਹਾਨੂੰ ਪਤਾ ਹੈ ਕਿ ਤੁਸੀਂ ਇੱਕ ਐਸੇ ਪਾਕ ਰਿਸ਼ਤੇ ਦਾ ਕਤਲ ਕੀਤਾ ਹੈ ਕਿ ਜਿਹਦੇ ਤੋਂ ਕੋਈ ਵੱਡਾ ਰਿਸ਼ਤਾ ਨਹੀਂ ਹੈ? ਨਹੀਂ ਸਰ ਕੋਈ ਵੱਡਾ ਰਿਸ਼ਤਾ ਨਹੀਂ ਹੈ।
मेरे को गलती अल्लाह पाक ने माफ़ कर दी। की सज़ा होनी चाहिए अल्लाह तो माफ़ करेगा कि ना करे वो तो अल्लाह बेहतर जानता है। बिल्कुल गल सज़ा सर जी वो जो कानून नहीं करना लेकिन माफ़ी में मांगना। जी बिल्कुल नाज़रीन, आपने मुल्ज़म तारक का बयान जाना कि किस तरह से इसका कहना है कि जी मुझे नहीं पता था कि मेरे अब्बू जो हैं जिसके सर पर इन्होंने डंडा मारा है वो मर गए हैं या वो ज़ख्मी हो गए हैं। और इनके मुताबिक ये कहना है कि जी वो मंशियात फ़रोशी करता था और हमें भी ये कहता था कि जी आप भी इस धंधे को मेरे साथ मिलकर करें, लेकिन जिस पर हमने इनकार किया। बहरहा ये मुल्ज़म का बयान है। इस केस के जो आईओ साहब हैं उनसे भी हम बात करते हैं कि असल हकीकत है क्या। जी बिल्कुल नाज़रीन, आपने मुल्ज़म का बयान जाना कि किस तरह से उसने अपने सगे बाप को कत्ल किया। इस केस के आईओ हसनैन साहब जो कि सब इंस्पेक्टर हैं, उनसे बात करते हैं कि ये सारा वाक़या है क्या? सर बहुत शुक्रिया। मुझे बताइएगा कि मुल्ज़म का कहना है कि जी जो मेरा बाप है, जिसको मैंने कत्ल किया है, वो मुंशियात का धंधा करता था और हमें भी वो कहता था कि आप मेरे साथ मिलके काम करो। इसमें कितनी सदाकत है? नहीं, ये तो उसका एक बात को घुमाने का अच्छा। है कि हमारे साथ मंशियात बेचो। वो नशा करता था ज़रूर, आइस का और इंजेक्शन का, लेकिन इनको साथ मिलाने का उसका कोई हमारे पास कोई ना मोहल्लेदारों ने कहा है, सिर्फ इसकी ज़बानी है, ये कह रहा है उसके हमें कहता था कि बेचो। अच्छा सर, जब आपको इत्तला मिली इस वाक़ये की, तो क्या आपने वहाँ जाकर देखा कि किस हालत में था मकतूल और ये मुल्ज़िम को फिर आपने कहाँ से पकड़ा? ये चिंकी ड्राइवर है और इसका वालिद वो नशा करता था। ये उसको शाम को आके पैसे देता था खर्चा वगैरह। उस दिन ये सवारियां लेके आया है मोहल्ले की तरफ, तो वहाँ वो चौक में खड़ा हुआ था। इन दोनों की वहाँ पे तलख कलामी हुई है। उसने खर्चा मांगा, इसने कुछ दिया। उसने कहा एक तो लेट दे रहे हो, ऊपर से कम दे रहे हो, मुझे और दो। लोगों के सामने उसने मारना शुरू कर दिया और इसको रिक्शे से नीचे उतार के गली की तरफ ले गया। वहाँ कुछ डंडा पड़ा हुआ था, इसने डंडा उठाया और उसको मारने लग गया, जो उसके चेहरे और सर पे लगा और वो गिर पड़ा वहाँ पे और ये वहाँ से भाग गया। कितनी दफ़ा इसने वार किया था डंडे के साथ? उसके 5 ज़ख्म हैं जो सर पे और चेहरे पे हैं, और जो सर पे है उसकी वजह से उसकी डेथ हुई है। सर ये मुल्ज़िम फिर ये सारी वारदात करके उसके बाद ये कहाँ चला गया था और फिर आपने इसको पकड़ा कैसे था? ये वारदात के बाद फरार हो गया और इसने अपना जो नंबर था वो भी बंद कर दिया। ये कुछ दिन ठोकर पे रहा है। हमने इसको तलाश किया, इसके नंबर जब जब ऑन होता हमने इसकी लोकेशन लेते रहे, लेकिन ये फिर बंद कर जाता था। फिर कभी इसकी लोकेशन मंसूरा की तरफ आई है और फिर हमने इसका दोस्त एक ट्रेस किया मंसूरा की तरफ के हो सकता है ये पॉसिबल उधर गया हो। तो हमने मंसूरा बाज़ार में रैकी लगाई और ये वहाँ बाज़ार से ही हमें उसको गिरफ्तार किया। सर मैं बहुत सारे इस तरह मुल्ज़मान के भी इंटरव्यू करता हूँ और फिर आप जैसे जो अफ़सरान हैं उनके भी। मुल्ज़िम ऑन कैमरा मौक़िफ़ कुछ और देता है और आपकी जो तफ्तीश होती है उसमें बिल्कुल ऑपोज़िट होता है। इसमें क्यों ये मुल्ज़िम खुद को बचाने की इस तरह की जो कोशिश करता है, जो इस तरह के बयान दे के मीडिया पर गुमराह करने की कोशिश करता है? वो असल हक़ाइक़ तफ्तीश में सामने आते हैं। अगर इस तरह वो लोगों के सामने बयान देता है, तो वो तफ्तीश को घुमाना चाहता है, अपनी तरफ वो लोगों की सिंपैथी लेना चाहता है। ये वजह होती है और जो तफ्तीश है असल हक़ाइक़ तो उसमें आते हैं। सर इस केस में जो आला कत्ल है, जो डंडा है वो आपने बरामद किया है? नहीं, वो अभी बरामद किया जाना है, ये हमारे पास रिमांड पे है। जैसे ही होगा हम इसको जुडिशल करवा देंगे। आप समझते हैं कि इस केस को स्ट्रॉन्ग जो है वो अदालत में पेश करेंगे ताकि ये मुल्ज़िम जो सज़ा से ना बच सके? जी, हमारी पूरी कोशिश है इंशाल्लाह इसको सज़ा दिलवाएँ कि ये एक बहुत बड़ा जुल्म है कि बेटे ने अपने बाप को कत्ल किया, और हमारी इंशाल्लाह पूरी कोशिश होगी कि इसको सज़ाए मौत हो।